बड़े ही ਚਾਵਾਂ ਦੇ ਨਾਲ ਆਪਣੇ ਵਿਆਹ ਦੀਆਂ ਤਿਆਰੀਆਂ ਇਸ ਕੁੜੀ ਨੇ ਕੀਤੀਆਂ ਤੇ ਵਿਆਹ ਤੇ ਗੁਲਾਬੀ ਰੰਗ ਦਾ ਲਹਿੰਗਾ ਪਾਇਆ ਸੀ। ਉਸ ਨੂੰ ਨਹੀਂ ਪਤਾ ਸੀ ਕਿ ਇਹ ਵਿਆਹ ਦੀਆਂ ਤਸਵੀਰਾਂ ਜੋ ਉਸਨੇ ਹੱਸ-ਹੱਸ ਕੇ ਖਿਚਵਾਈਆਂ ਨੇ ਇਹ ਮਹਿਜ਼ ਤਸਵੀਰਾਂ ਦੇ ਵਿੱਚ ਹੀ ਖੁਸ਼ੀ ਰਹਿ ਜਾਣੀ ਹੈ ਅਤੇ ਉਸ ਦੀ ਜ਼ਿੰਦਗੀ ਇਸੇ ਵਿਆਹ ਦੇ ਕਰਕੇ ਚਲੀ ਜਾਣੀ ਹੈ। ਕਰੀਬ ਸਾਲ ਹੀ ਹੋਇਆ ਹੈ ਇਸ ਕੁੜੀ ਦੇ ਵਿਆਹ ਨੂੰ, ਪਰ ਇਸ ਦੇ ਦਰਮਿਆਨ ਹੀ ਉਸਦੇ ਸਹੁਰੇ ਪਰਿਵਾਰ ਦੇ ਵੱਲੋਂ ਉਸਦੀ ਜਾਨ ਲੈਣ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਅਤੇ ਬੀਤੇ ਦਿਨ ਤਾਂ ਉਹਨਾਂ ਦੇ ਵੱਲੋਂ ਜਾਨ ਲੈ ਹੀ ਲਈ ਗਈ। ਇਸ ਮੌਕੇ ਤੇ ਕੁੜੀ ਦੇ ਮਾਂ ਦੇ ਵੱਲੋਂ ਦੱਸਿਆ ਗਿਆ ਕਿ ਕਿੰਜ ਪਹਿਲਾਂ ਵੀ ਉਸ ਦੇ ਸਹੁਰੇ ਨੇ ਦੱਬੇ ਪੈਰ ਉਸ ਦੇ ਕਮਰੇ ਦੇ ਵਿੱਚ ਵੜ ਕੇ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਵਾਰ ਉਹਨਾਂ ਨੇ ਹੱਦੋਂ ਵੱਧ ਕਰ ਦਿੱਤਾ ਜਦੋਂ ਕੁੜੀ ਦੀ ਜਾਨ ਹੀ ਲੈ ਲਈ। ਇਸ ਗੱਲ ਦੀ ਜਾਣਕਾਰੀ ਜਦੋਂ ਪਰਿਵਾਰਿਕ ਮੈਂਬਰਾਂ ਨੂੰ ਹੁੰਦੀ ਹੈ ਤਾਂ ਉਹਨਾਂ ਨੂੰ ਯਕੀਨ ਨਹੀਂ ਹੁੰਦਾ ਕਿ ਇੰਨੀ ਸੋਹਣੀ ਪੜ੍ਹੀ ਲਿਖੀ ਉਹਨਾਂ ਦੀ ਧੀ ਇਸ ਦੁਨੀਆ ਤੋਂ ਤੁਰ ਗਈ। ਇਸ ਦੇ ਪਿੱਛੇ ਦਾ ਕਾਰਨ ਹੋਰ ਕੁਝ ਨਹੀਂ ਸਗੋਂ ਦਾਜ ਦਹੇਜ ਅਤੇ ਸਹੁਰਾ ਪਰਿਵਾਰ ਦੇ ਵੱਲੋਂ ਲਗਾਤਾਰ ਹੋ ਰਹੀ ਕੁੱਟਮਾਰ ਦੱਸਿਆ ਜਾ ਰਿਹਾ ਹੈ। ਇਸ ਮੌਕੇ ਤੇ ਕੁੜੀ ਦੇ ਮਾਪਿਆਂ ਦੇ ਵੱਲੋਂ ਜਿੱਥੇ ਸਹੁਰਾ ਪਰਿਵਾਰ ਤੇ ਕਈ ਇਲਜ਼ਾਮ ਲਗਾਏ ਗਏ, ਉੱਥੇ ਹੀ ਇਹ ਵੀ ਕਿਹਾ ਗਿਆ ਕਿ ਮੁੰਡੇ ਸਮੇਤ ਉਸਦੇ ਸੱਸ ਸਹੁਰੇ ਨੇ ਹੀ ਉਹਨਾਂ ਦੀ ਧੀ ਦੀ ਜਾਨ ਲਈ ਹੈ, ਜਿਸ ਦੇ ਚਲਦੇ ਹੋਏ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਜੋ ਕੁਝ ਦੇਖਿਆ ਗਿਆ ਅਤੇ ਕਿੰਜ ਇਸ ਕੁੜੀ ਦੇ ਮਾਪਿਆਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਉਹ ਸਭ ਕੁਝ ਵੀ ਸਾਹਮਣੇ ਆਇਆ ਅਤੇ ਨਾਲ ਹੀ ਇਸ ਕੁੜੀ ਦੀ ਮਾਂ ਦੇ ਵੱਲੋਂ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਗਏ ਨੇ। ਪਰ ਬੇहद ਹੀ ਦੁਖਦ ਖਬਰ ਸਾਹਮਣੇ ਆ ਰਹੀ ਹੈ ਇਹ ਫਿਰੋਜ਼ਪੁਰ ਦੇ ਅਧੀਨ ਪੈਂਦੇ ਮਮਦੋਟ ਤੋਂ, ਜਿੱਥੇ ਕਿ ਨਵੀਂ ਵਿਆਹੀ ਕੁੜੀ ਦੀ ਜਾਨ ਉਸਦੇ ਸਹੁਰੇ ਪਰਿਵਾਰ ਕਰਕੇ ਚਲੀ ਗਈ। ਹੱਸਦੀਆਂ ਖੇਡਦੀਆਂ ਇਹ ਤਸਵੀਰਾਂ ਹੁਣ ਮਾਪਿਆਂ ਦੇ ਕੋਲ ਮਹਿਜ਼ ਤਸਵੀਰਾਂ ਹੀ ਰਹਿ ਗਈਆਂ। ਆਪਣੀ ਧੀ ਨੂੰ ਯਾਦ ਕਰ ਕਰਕੇ ਰੋ ਰਿਹਾ ਪਰਿਵਾਰ ਇਸ ਸਮੇਂ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਅਤੇ ਨਾਲ ਹੀ ਦੱਸ ਰਿਹਾ ਹੈ ਕਿ ਬੀਤੇ 1 ਸਾਲ ਦੇ ਵਿੱਚ ਇਸ ਕੁੜੀ ਦੇ ਨਾਲ ਕੀ ਕੁਝ ਹੋਇਆ। ਇਹਨਾਂ ਬੇਟੀ ਦਾ ਮਨਪ੍ਰੀਤ ਕੌਰ ਸਾਰੇ ਦੇ ਸਹੁਰੇ ਤੰਗ ਪਰੇਸ਼ਾਨ ਕਰਦੇ ਹੈਗੇ ਤੇ ਤਾਂ ਕਰਕੇ ਉਹਨੇ ਪ੍ਰਾਹੁਣਾ ਵੀ ਕਰਦਾ ਟੌਰਚਰ ਤੇ ਸੱਸ ਵੀ ਤੇ ਸਹੁਰਾ ਵੀ ਕਰਦੇ। ਹਾਂਜੀ ਅੱਗੇ ਵੀ ਇੱਕ ਦਿਨ ਆਇਆ ਸਹੁਰਾ ਸਰਾਣੇ ਹੌਲੀ ਹੌਲੀ ਪੈਰੇ ਪੈਰੇ ਦੱਬੇ ਪੈਰੀ ਸੱਸ ਨੂੰ ਵੀ ਦੋ ਠਾਲੇ ਮੰਮੀ ਨੇ ਡੈਡੀ ਕੀ ਕਰਨ ਲੱਗਿਆ ਤੇ ਉਹਨੇ ਫਿਰ ਹੁਣ ਦੱਬਣੀ ਸੀ ਮੇਰੀ ਧੀ ਦੀ। ਹੁਣ ਪਤਾ ਨਹੀਂ ਕਿਹੜੇ ਹਿਸਾਬ ਨਾਲ ਇਹਨੇ ਰੁਪਏ ਨਹੀਂ ਲਿਆ, ਮੇਰੀ ਧੀ ਨਹੀਂ ਲਿਆ ਸਕਦੀ, ਇੰਨੀ ਪੜ੍ਹੀ ਲਿਖੀ ਹੈ ਮੇਰੀ ਧੀ ਨਹੀਂ ਖਾ ਲੈ ਸਕਦੀ। ਇਹਨਾਂ ਆਪ ਹੀ ਕੋਈ ਹੁਣ ਟੈਨਸ਼ਨ ਦਿੱਤੀ ਫਿਰ ਕਿੰਨੇ ਚਿਰ ਹੋ ਗਿਆ ਵਿਆਹ ਨੂੰ ਸਾਲ ਹੋਇਆ ਸਰ। ਕੀ ਮੰਗ ਕੀ ਕਰਦੇ ਹੋ? ਮੰਗ ਜੋ ਇਹਨਾਂ ਦੀ ਕਾਰਵਾਈ ਇਹਨਾਂ ਦੇ ਬਣਦੀ ਉਹ ਕਰੋ ਸਰ। ਸਾਨੂੰ ਇਨਸਾਫ ਚਾਹੀਦਾ ਸਾਡਾ। ਇਨਸਾਫ ਚਾਹੀਦਾ ਸਾਨੂੰ। ਸਾਡੇ ਕੋਲ ਥਾਣੇ ਇਤਲਾਹ ਆਈ ਸੀ ਕਿ ਮਨਪ੍ਰੀਤ ਕੌਰ ਨਾਮ ਦੀ ਲੜਕੀ ਜਿਹੜੀ ਉਸਨੇ ਘਰ ਵਿੱਚ, ਤਾਂ ਮੈਂ ਮੌਕੇ ਤੇ ਪੁੱਜਿਆ ਸੀਗਾ ਪੁਲਿਸ ਪਾਰਟੀ ਦੇ ਸਮੇਤ ਦੀ ਫਿਰੋਜ਼ਪੁਰ ਭੇਜ ਦਿੱਤਾ ਸੀਗਾ ਤੇ ਲੜਕੀ ਦੇ ਮਾਤਾ ਪਿਤਾ ਨਾਲ ਸੰਪਰਕ ਕੀਤਾ ਫੋਨ ਤੇ। ਉਹਨਾਂ ਨੂੰ ਦੱਸਿਆ ਸੀਗਾ ਕਿ ਤੁਹਾਡੀ ਲੜਕੀ ਦੀ ਇਸ ਤਰੀਕੇ ਤੇ ਇਸ ਨੂੰ ਕਾਰਵਾਈ ਲਈ ਤੁਸੀਂ ਥਾਣਾ ਹਾਜ਼ਰ ਆਓ। ਜੋ ਅੱਜ ਥਾਣਾ ਹਾਜ਼ਰ ਆਏ ਹੈ ਉਹਨਾਂ ਦਾ ਬਿਆਨ ਦੇਖ ਕੇ ਪਲੈਂਡੀ ਕਾਰਵਾਈ ਜਿਹੜੀ ਸੀ ਅਮਲ 'ਚ ਲਿਆ ਰਹੇ ਸਰ ਵੀ ਕੀ ਲੱਗਦਾ ਮੈਟਰ ਦਾ ਦਾਜ ਦਹੇਜ ਦਾ ਹੋ ਵੀ ਸਕਦਾ ਮੰਗਦਾ, ਬਾਕੀ ਫਿਰ ਵੀ ਤਫਤੀਸ਼ ਜਾਰੀ ਹੈ। ਜੋ ਸਪਾ ਮਿਸਲ ਤੇ ਐਵੀਡੈਂਸ ਆਉਂਦੀ ਹੈ ਤਾਂ ਫਿਲਹਾਲ ਐਫਆਈਆਰ ਦਰਜ ਕਰ ਰਹੇ ਅਸੀਂ। ਮਨਪ੍ਰੀਤ ਸਿੰਘ ਕਮਲਪ੍ਰੀਤ ਸਿੰਘ ਲੜਕਾ ਹੈਗਾ ਤੇ ਉਹਦੇ ਪਿਤਾ ਤੇ ਉਹਦੀ ਮਾਤਾ ਦੇ ਖਿਲਾਫ, ਤੇ ਉਸ ਤੋਂ ਬਾਅਦ ਦੇਖਦੇ ਹਾਂ ਸਪਾ ਮਿਸਲ ਦੀ ਕੀ ਐਵੀਡੈਂਸ ਆਉਂਦੀ, ਜੈਸੀ ਸੂਰਤ ਹੋਏਗੀ ਵੈਸੀ ਕਾਰਵਾਈ ਹੋ ਜਾਂਦੀ ਹੈ। ਫਿਲਹਾਲ ਦੇਖਣਾ ਹੋਵੇਗਾ ਕਿ ਪੁਲਿਸ ਦੀ ਜਾਂਚ ਪੜਤਾਲ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਹੈ ਅਤੇ ਇਹ ਕੁੜੀ ਜੋ ਕਿ ਨਵੀਂ ਵਿਆਹੀ ਸੀ, ਸਾਲ ਵੀ ਇਸ ਦੇ ਵਿਆਹ ਨੂੰ ਨਹੀਂ ਹੋਇਆ, ਚੂੜਾ ਹੱਥਾਂ ਦੇ ਵਿੱਚ ਪਾਇਆ ਹੋਇਆ ਸੀ ਅਤੇ ਸਹੁਰੇ ਪਰਿਵਾਰ ਦੇ ਵਿੱਚ ਰਹਿੰਦੇ ਹੋਏ ਹੀ ਇਸ ਕੁੜੀ ਦੀ ਜਾਨ ਚਲੀ ਗਈ। ਇਸ ਕੁੜੀ ਨੇ ਕੀਤੀਆਂ ਤੇ ਵਿਆਹ ਤੇ ਗੁਲਾਬੀ ਰੰਗ ਦਾ ਲਹਿੰਗਾ ਪਾਇਆ ਸੀ। ਉਸ ਨੂੰ ਨਹੀਂ ਪਤਾ ਸੀ ਕਿ ਇਹ ਵਿਆਹ ਦੀਆਂ ਤਸਵੀਰਾਂ ਜੋ ਉਸਨੇ ਹੱਸ-ਹੱਸ ਕੇ ਖਿਚਵਾਈਆਂ ਨੇ ਇਹ ਮਹਿਜ਼ ਤਸਵੀਰਾਂ ਦੇ ਵਿੱਚ ਹੀ ਖੁਸ਼ੀ ਰਹਿ ਜਾਣੀ ਹੈ ਅਤੇ ਉਸ ਦੀ ਜ਼ਿੰਦਗੀ ਇਸੇ ਵਿਆਹ ਦੇ ਕਰਕੇ ਚਲੀ ਜਾਣੀ ਹੈ। ਕਰੀਬ ਸਾਲ ਹੀ ਹੋਇਆ ਹੈ ਇਸ ਕੁੜੀ ਦੇ ਵਿਆਹ ਨੂੰ, ਪਰ ਇਸ ਦੇ ਦਰਮਿਆਨ ਹੀ ਉਸਦੇ ਸਹੁਰੇ ਪਰਿਵਾਰ ਦੇ ਵੱਲੋਂ ਉਸਦੀ ਜਾਨ ਲੈਣ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਅਤੇ ਬੀਤੇ ਦਿਨ ਤਾਂ ਉਹਨਾਂ ਦੇ ਵੱਲੋਂ ਜਾਨ ਲੈ ਹੀ ਲਈ ਗਈ। ਇਸ ਮੌਕੇ ਤੇ ਕੁੜੀ ਦੇ ਮਾਂ ਦੇ ਵੱਲੋਂ ਦੱਸਿਆ ਗਿਆ ਕਿ ਕਿੰਜ ਪਹਿਲਾਂ ਵੀ ਉਸ ਦੇ ਸਹੁਰੇ ਨੇ ਦੱਬੇ ਪੈਰ ਉਸ ਦੇ ਕਮਰੇ ਦੇ ਵਿੱਚ ਵੜ ਕੇ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਵਾਰ ਉਹਨਾਂ ਨੇ ਹੱਦੋਂ ਵੱਧ ਕਰ ਦਿੱਤਾ ਜਦੋਂ ਕੁੜੀ ਦੀ ਜਾਨ ਹੀ ਲੈ ਲਈ। ਇਸ ਗੱਲ ਦੀ ਜਾਣਕਾਰੀ ਜਦੋਂ ਪਰਿਵਾਰਿਕ ਮੈਂਬਰਾਂ ਨੂੰ ਹੁੰਦੀ ਹੈ ਤਾਂ ਉਹਨਾਂ ਨੂੰ ਯਕੀਨ ਨਹੀਂ ਹੁੰਦਾ ਕਿ ਇੰਨੀ ਸੋਹਣੀ ਪੜ੍ਹੀ ਲਿਖੀ ਉਹਨਾਂ ਦੀ ਧੀ ਇਸ ਦੁਨੀਆ ਤੋਂ ਤੁਰ ਗਈ। ਇਸ ਦੇ ਪਿੱਛੇ ਦਾ ਕਾਰਨ ਹੋਰ ਕੁਝ ਨਹੀਂ ਸਗੋਂ ਦਾਜ ਦਹੇਜ ਅਤੇ ਸਹੁਰਾ ਪਰਿਵਾਰ ਦੇ ਵੱਲੋਂ ਲਗਾਤਾਰ ਹੋ ਰਹੀ
ਕੁੱਟਮਾਰ ਦੱਸਿਆ ਜਾ ਰਿਹਾ ਹੈ। ਇਸ ਮੌਕੇ ਤੇ ਕੁੜੀ ਦੇ ਮਾਪਿਆਂ ਦੇ ਵੱਲੋਂ ਜਿੱਥੇ ਸਹੁਰਾ ਪਰਿਵਾਰ ਤੇ ਕਈ ਇਲਜ਼ਾਮ ਲਗਾਏ ਗਏ, ਉੱਥੇ ਹੀ ਇਹ ਵੀ ਕਿਹਾ ਗਿਆ ਕਿ ਮੁੰਡੇ ਸਮੇਤ ਉਸਦੇ ਸੱਸ ਸਹੁਰੇ ਨੇ ਹੀ ਉਹਨਾਂ ਦੀ ਧੀ ਦੀ ਜਾਨ ਲਈ ਹੈ, ਜਿਸ ਦੇ ਚੱਲਦੇ ਹੋਏ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਜੋ ਕੁਝ ਦੇਖਿਆ ਗਿਆ ਅਤੇ ਕਿੰਜ ਇਸ ਕੁੜੀ ਦੇ ਮਾਪਿਆਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ, ਉਹ ਸਭ ਕੁਝ ਵੀ ਸਾਹਮਣੇ ਆਇਆ ਅਤੇ ਨਾਲ ਹੀ ਇਸ ਕੁੜੀ ਦੀ ਮਾਂ ਦੇ ਵੱਲੋਂ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਗਏ ਨੇ। ਪਰ ਬੇहद ਹੀ ਦੁਖਦ ਖਬਰ ਸਾਹਮਣੇ ਆ ਰਹੀ ਹੈ ਇਹ ਫਿਰੋਜ਼ਪੁਰ ਦੇ ਅਧੀਨ ਪੈਂਦੇ ਮਮਦੋਟ ਤੋਂ, ਜਿੱਥੇ ਕਿ ਨਵੀਂ ਵਿਆਹੀ ਕੁੜੀ ਦੀ ਜਾਨ ਉਸਦੇ ਸਹੁਰੇ ਪਰਿਵਾਰ ਕਰਕੇ ਚਲੀ ਗਈ। ਹੱਸਦੀਆਂ ਖੇਡਦੀਆਂ ਇਹ ਤਸਵੀਰਾਂ ਹੁਣ ਮਾਪਿਆਂ ਦੇ ਕੋਲ ਮਹਿਜ਼ ਤਸਵੀਰਾਂ ਹੀ ਰਹਿ ਗਈਆਂ। ਆਪਣੀ ਧੀ ਨੂੰ ਯਾਦ ਕਰ ਕਰਕੇ ਰੋ ਰਿਹਾ ਪਰਿਵਾਰ ਇਸ ਸਮੇਂ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਅਤੇ ਨਾਲ ਹੀ ਦੱਸ ਰਿਹਾ ਹੈ ਕਿ ਬੀਤੇ 1 ਸਾਲ ਦੇ ਵਿੱਚ ਇਸ ਕੁੜੀ ਦੇ ਨਾਲ ਕੀ ਕੁਝ ਹੋਇਆ। ਇਹਨਾਂ ਬੇਟੀ ਦਾ ਮਨਪ੍ਰੀਤ ਕੌਰ। ਸਾਰੇ ਦੇ ਸਹੁਰੇ ਤੰਗ ਪਰੇਸ਼ਾਨ ਕਰਦੇ ਹੈਗੇ ਤੇ ਤਾਂ ਕਰਕੇ ਉਹਨੇ ਪ੍ਰਾਹੁਣਾ ਵੀ ਕਰਦਾ ਟੌਰਚਰ ਤੇ ਸੱਸ ਵੀ ਤੇ ਸਹੁਰਾ ਵੀ ਕਰਦੇ। ਹਾਂਜੀ, ਅੱਗੇ ਵੀ ਇੱਕ ਦਿਨ ਆਇਆ ਸਹੁਰਾ ਸਰਾਣੇ ਹੌਲੀ ਹੌਲੀ ਪੈਰੇ ਦੱਬੇ ਪੈਰੀ ਸੱਸ ਨੂੰ ਵੀ ਦੋ ਠਾਲੇ ਮੰਮੀ ਨੇ ਡੈਡੀ ਕੀ ਕਰਨ ਲੱਗੇ ਤੇ ਉਹਨੇ ਫਿਰ ਹੁਣ ਦੱਬਣੀ ਸੀ ਮੇਰੀ ਧੀ ਦੀ। ਹੁਣ ਪਤਾ ਨਹੀਂ ਕਿਹੜੇ ਹਿਸਾਬ ਨਾਲ ਇਹਨੇ ਆਪੇ ਨਹੀਂ ਲਿਆ, ਮੇਰੀ ਧੀ ਨਹੀਂ ਲਿਆ ਸਕਦੀ। ਇੰਨੀ ਪੜ੍ਹੀ ਲਿਖੀ ਹੈ ਮੇਰੀ ਧੀ ਨਹੀਂ ਖਾ ਲਿਆ ਸਕਦੀ। ਇਹਨਾਂ ਆਪ ਹੀ ਕੋਈ ਹੁਣ ਟੈਨਸ਼ਨ ਦਿੱਤੀ ਫਿਰ ਕਿੰਨੇ ਚਿਰ ਹੋ ਗਿਆ ਵਿਆਹ ਨੂੰ? ਵਿਆਹ ਨੂੰ ਸਾਲ ਹੋਇਆ ਸਰ। ਕੀ ਮੰਗ ਕੀ ਕਰਦੇ ਹੋ? ਮੰਗ ਜੋ ਇਹਨਾਂ ਦੀ ਕਾਰਵਾਈ ਇਹਨਾਂ ਦੀ ਬਣਦੀ ਉਹ ਕਰੋ ਸਰ। ਸਾਨੂੰ ਇਨਸਾਫ ਚਾਹੀਦਾ ਸਾਡਾ। ਇਨਸਾਫ ਚਾਹੀਦਾ ਸਾਨੂੰ। ਸਾਡੇ ਕੋਲ ਥਾਣੇ ਇਤਲਾਹ ਆਈ ਸੀ ਕਿ ਮਨਪ੍ਰੀਤ ਕੌਰ ਨਾਮ ਦੀ ਲੜਕੀ ਜਿਹੜੀ ਉਸਨੇ ਘਰ ਵਿੱਚ, ਤਾਂ ਮੈਂ ਮੌਕੇ ਤੇ ਪੁੱਜਿਆ ਸੀਗਾ। ਪੁਲਿਸ ਪਾਰਟੀ ਦੇ ਸਮੇਤ ਦੀ ਫਿਰੋਜ਼ਪੁਰ ਭੇਜ ਦਿੱਤਾ ਸੀਗਾ ਤੇ ਲੜਕੀ ਦੇ ਮਾਤਾ ਪਿਤਾ ਨਾਲ ਸੰਪਰਕ ਕੀਤਾ ਫੋਨ ਤੇ। ਉਹਨਾਂ ਨੂੰ ਦੱਸਿਆ ਸੀਗਾ ਕਿ ਤੁਹਾਡੀ ਲੜਕੀ ਦੀ ਇਸ ਤਰੀਕੇ ਤੇ ਇਸ ਨੂੰ ਕਾਰਵਾਈ ਲਈ ਤੁਸੀਂ ਥਾਣਾ ਹਾਜ਼ਰ ਆਓ। ਜੋ ਅੱਜ ਥਾਣਾ ਹਾਜ਼ਰ ਆਏ ਹੈ, ਉਹਨਾਂ ਦਾ ਬਿਆਨ ਲਿਖ ਕੇ ਪਲੈਂਡੀ ਕਾਰਵਾਈ ਜਿਹੜੀ ਸੀ ਅਮਲ ਚ ਲਿਆ ਰਹੇ ਹਾਂ। ਸਰ ਵੀ ਕੀ ਲੱਗਦਾ ਵੀ ਮੈਟਰ ਦਾ ਦਾਜ ਦਹੇਜ ਦਾ ਹੋ ਵੀ ਸਕਦਾ ਮੰਗਦਾ, ਬਾਕੀ ਫਿਰ ਵੀ ਤਫਤੀਸ਼ ਜਾਰੀ ਹੈ। ਜੋ ਸਪਾ ਮਿਸਲ ਤੇ ਐਵੀਡੈਂਸ ਆਉਂਦੀ ਹੈ ਤਾਂ ਫਿਲਹਾਲ ਐਫਆਈਆਰ ਦਰਜ ਕਰ ਰਹੇ ਸੀ। ਮਨਪ੍ਰੀਤ ਸਿੰਘ ਕਮਲਪ੍ਰੀਤ ਸਿੰਘ ਲੜਕਾ ਹੈਗਾ ਤੇ ਉਹਦੇ ਪਿਤਾ ਤੇ ਉਹਦੀ ਮਾਤਾ ਦੇ ਖਿਲਾਫ, ਤੇ ਉਸ ਤੋਂ ਬਾਅਦ ਦੇਖਦੇ ਹਾਂ ਸਪਾ ਮਿਸਲ ਦੀ ਕੀ ਐਵੀਡੈਂਸ ਆਉਂਦੀ ਹੈ। ਜੈਸੀ ਸੂਰਤ ਹੋਵੇਗੀ ਵੈਸੀ ਕਾਰਵਾਈ ਹੋ ਜਾਂਦੀ ਹੈ। ਫਿਲਹਾਲ ਦੇਖਣਾ ਹੋਵੇਗਾ ਕਿ ਪੁਲਿਸ ਦੀ ਜਾਂਚ ਪੜਤਾਲ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਹੈ ਅਤੇ ਇਹ ਕੁੜੀ ਜੋ ਕਿ ਨਵੀਂ ਵਿਆਹੀ ਸੀ, ਸਾਲ ਵੀ ਇਸ ਦੇ ਵਿਆਹ ਨੂੰ ਨਹੀਂ ਹੋਇਆ, ਚੂੜਾ ਹੱਥਾਂ ਦੇ ਵਿੱਚ ਪਾਇਆ ਹੋਇਆ ਸੀ ਅਤੇ ਸਹੁਰੇ ਪਰਿਵਾਰ ਦੇ ਵਿੱਚ ਰਹਿੰਦੇ ਹੋਏ ਹੀ ਇਸ ਕੁੜੀ ਦੀ ਜਾਨ ਚਲੀ ਗਈ।